ਵਾਹਿਗੁਰੂ ਜੀ। ਜਾਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਜਾਤ ਪਾਹਾਰਾ ਧੀਰਜ ਸੁਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਜਪਜੀ ਸਾਹਿਬ ਦੇ ਪਾਵਨ ਪਾਠ, ਅੰਮ੍ਰਿਤ ਵੇਲੇ ਦੀ ਬਾਣੀ, ਬ੍ਰਹਮ ਗਿਆਨ ਦੀ ਦਾਤ ਬਖਸ਼ਣ ਵਾਲੀ ਪੁਰਾਤਨ ਸਮੇਂ ਤੋਂ ਅਨੇਕਾਂ ਗੁਰਸਿੱਖ ਸੁਭਾਵਕ ਹੀ 25 ਪਾਠਾਂ ਦਾ ਨਿਤਨੇਮ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕੁੱਲ 5 ਬਾਣੀਆਂ ਜੋ ਕਰਦੇ ਸਨ, ਜੋ 5 ਗ੍ਰੰਥੀ ਵਿੱਚ ਬਾਣੀ ਹੈ, ਸ੍ਰੀ ਜਪਜੀ ਸਾਹਿਬ ਹੈ, ਇਸੇ ਪ੍ਰਕਾਰ ਦੱਖਣੀ ਓਂਕਾਰ ਹੈ, ਸਿੱਧ ਗੋਸ਼ਟ ਹੈ, ਆਸਾ ਦੀ ਵਾਰ ਹੈ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਰਹਿਰਾਸ, ਫਿਰ ਸੋਹਿਲਾ ਸਾਹਿਬ ਦਾ ਪਾਠ, ਕੀਰਤਨ ਵਿੱਚ ਪਾ ਕੇ ਗਾਇਨ ਕਰਨੇ ਕਰਕੇ ਕੀਰਤਨ ਨਾਮ ਜਸਦਾ। ਅਸਲ ਵਿੱਚ ਅੱਖਰ ਦੋਵੇਂ ਇੱਕੋ ਹੀ ਨੇ, ਸੋਹਿਲਾ ਨਾਮ ਵੀ ਜਸਦਾ ਹੈ, ਕੀਰਤਨ ਨਾਮ ਵੀ ਜਸਦਾ ਹੈ, ਕੀਰਤਨ ਸੋਹਿਲਾ। ਸ੍ਰੀ ਹਰਿਮੰਦਰ ਸਾਹਿਬ ਦੀ ਪੁਰਾਣੀ ਮਰਿਆਦਾ ਅਨੁਸਾਰ ਕੀਰਤਨ ਸੋਹਿਲਾ ਰਾਗੀ ਸਿੰਘ ਗਾ ਕੇ ਕੀਰਤਨ ਦੁਆਰਾ ਪੜ੍ਹਿਆ ਕਰਦੇ ਸਨ। ਸੋ ਇਸ ਤਰ੍ਹਾਂ ਕੀਰਤਨ ਸੋਹਿਲਾ ਨਾਮ ਪਿਆ। ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ 52 ਅੱਖਰੀ ਦੀ ਦਾਤ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਜਿੱਥੇ ਪੁਰਾਣੀਆਂ 5 ਬਾਣੀਆਂ ਅਤੇ ਨਾਲ ਜੋ 10ਵੇਂ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ, ਸ਼ਾਮ ਨੂੰ ਰਹਿਰਾਸ, ਫਿਰ ਰਾਤ ਨੂੰ ਕੀਰਤਨ ਸੋਹਿਲਾ। ਇਉਂ ਗੁਰਾਂ ਨੇ ਜੋ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਬੜੇ ਪੁਰਾਤਨ ਸਿੰਘ ਸਾਰੇ ਹੀ 25 ਪਾਠ ਸੁਭਾਵਕ ਹੀ ਕਰਿਆ ਕਰਦੇ ਸਨ, ਕਿਉਂਕਿ ਸਮਾਂ ਉਹਨਾਂ ਪਾਸ ਜ਼ਿਆਦਾ ਸੀ। ਦੂਸਰਾ ਪ੍ਰੇਮ ਬਹੁਤ ਜ਼ਿਆਦਾ ਸੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੂੰ। ਸੋ ਇਸ ਤਰ੍ਹਾਂ ਮਹਾਰਾਜ ਦੀ ਪਾਵਨ ਬਾਣੀ ਦੇ ਅਭਿਆਸ ਕਰਨ ਵਿੱਚ ਬਹੁਤ ਗੁਰਸਿੱਖਾਂ ਦੇ ਨਾਮ ਆਉਂਦੇ ਹਨ। ਇਹਦੇ ਨਾਲ ਬੜੀ ਕਿਰਪਾ ਹੁੰਦੀ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸੋ ਆਓ, ਸਤਿਗੁਰੂ ਮਹਾਰਾਜ ਜੀ 38ਵੀਂ ਪੌੜੀ ਦੀ ਦਾਤ ਬਖਸ਼ਿਸ਼ ਕਰਦੇ ਨੇ ਆਪਾਂ ਨੂੰ। ਬੇਨਤੀ ਹੋਈ ਹੈ ਕਿ ਆਪ ਜੀ ਨੇ ਪਰਮੇਸ਼ਰ ਦਾ ਜੋ ਜਸ ਕਥਨ ਕਰਨਾ ਸੋਨੇ ਵਾਂਗ ਕਿਹਾ। ਸੋ ਜਿਵੇਂ ਸੋਨੇ ਦੇ ਘੜਨ ਦੀ ਵਿਧੀ ਹੈ ਜਿਹੜੀ, ਉਹਦੇ ਲਈ ਸੁਨਿਆਰਾ ਭੱਠੀ ਬਾਲਦਾ ਹੈ, ਲੋਹੇ ਦੀ ਐਰਨ ਰੱਖਦਾ ਹੈ, ਫਿਰ ਖੱਲਾ ਹੁੰਦਾ ਹੈ, ਧਵਾਂਕਣੀ, ਕੁਠਾਲੀ ਆਦਿਕ, ਅਤੇ ਫਿਰ ਇੱਕ ਛੋਟੀ ਜਿਹੀ ਥੌੜੀ ਹੁੰਦੀ। ਸੋ ਇਸੇ ਤਰ੍ਹਾਂ ਹੀ ਫਿਰ ਪਰਮੇਸ਼ਰ ਦੇ ਜਸ ਰੂਪ ਸੋਨੇ ਦੇ ਘਾੜਤ ਘੜਨ ਵਾਸਤੇ ਜਿਹੜੀ ਅੰਦਰ ਅੰਤਰੀਵ ਸਾਡੇ ਭੱਠੀ ਹੈ, ਕੁਠਾਲੀ ਹੈ, ਸੁਨਿਆਰਾ ਹੈ, ਅੱਗ ਆਦਿਕ, ਐਰਨ ਆਦਿਕ ਅੰਦਰ ਜੋ ਹੈ, ਉਹ ਵੀ ਕੈਸੇ ਹੁੰਦੇ ਨੇ, ਆਪ ਨੇ ਕਿਰਪਾ ਕਰਕੇ ਉਹ ਵੀ ਹੁਣ ਦੱਸਣੇ, ਕਿਉਂਕਿ ਅਖੀਰ ਤੱਕ ਸਿੱਧ ਮਹਾਰਾਜ ਜੀ ਦੇ ਸ਼ਰਧਾਲੂ ਬਣ ਚੁੱਕੇ ਸਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾਤੋ, ਜਤ ਅੱਖਰ ਕਈ ਤਰ੍ਹਾਂ ਦਾ ਹੁੰਦਾ। ਇੱਕ ਹੁੰਦੀ ਜਤ, ਜਤ ਕਹਿੰਦੇ ਨੇ ਬਹੁਤ ਸਾਰੇ ਰਿੱਛ ਆਦਿਕ ਦੇ ਜਿਵੇਂ ਵਾਲ ਹੁੰਦੇ ਨੇ, ਜਤ। ਸ਼ੇਰ ਦੀ ਧੌਣ ਦੇ ਉੱਤੇ ਗਰਦਨ ਤੇ ਜਤ ਹੁੰਦੀ। ਸੋ ਇਸ ਤਰ੍ਹਾਂ
ਇਹ ਪਾਠ ਤੱਤੇ ਨੂੰ ਔਂਕੜ ਅਦਕ ਤੋਂ ਬਿਨਾਂ ਬੋਲਣਾ। ਜਾਤ ਪੋਲਾ ਜਿਹਾ, ਜਾਤ ਪਾਹਾਰਾ, ਪੱਪੇ ਕੰਨਾ ਹਾਹੇ ਕੰਨਾ ਰਾਰੇ ਕੰਨਾ, ਜਾਤ ਪਾਹਾਰਾ। ਭਾਵ ਸਾਰੀਆਂ ਇੰਦਰੀਆਂ ਨੂੰ ਜਿੱਤਣਾ, ਜਿਹੜਾ ਜਿੱਤ ਲੈਣਾ ਸਾਰੀਆਂ ਇੰਦਰੀਆਂ ਦਾ, ਜਾਤ ਰੱਖਣਾ ਹੈ ਜਿਹੜਾ, ਆਪਣੇ ਜਤ ਸਤ ਵਿੱਚ ਕਾਇਮ ਰਹਿਣਾ ਜਿਹੜਾ। ਮਹਾਰਾਜ ਕਹਿੰਦੇ ਇਹੀ ਪੱਠੀ ਬਣਾਵੇ ਸਭ ਤੋਂ ਪਹਿਲਾਂ, ਜਾਂ ਇਹੀ ਪਹਾਰਾ ਤੋਂ ਭਾਵ ਹੁੰਦੀ ਹੈ ਜਿਵੇਂ ਦੁਕਾਨ ਜਾਂ ਪੁਰਾਣੇ ਅੱਖਰ ਕਾਰਖਾਨਾ, ਵਰਕਸ਼ਾਪ, ਜਿੱਥੇ ਬਹਿ ਕੇ ਸੁਨਿਆਰਾ ਅੰਦਰ ਸੋਨੇ ਦੀ ਘਾੜਤ ਕਰਦਾ, ਉਹਦੇ ਮਿਸਤਰੀ ਅੰਦਰ ਲੱਗੇ ਹੁੰਦੇ ਨੇ। ਦੁਕਾਨ ਉੱਤੇ ਤਾਂ ਵੇਚਿਆ ਜਾਂਦਾ ਹੈ ਕੇਵਲ, ਜਿੱਥੇ ਘਾੜਤ ਕਰਦਾ ਹੈ ਉਹ ਕਾਰਖਾਨਾ ਜਿਹੜਾ। ਪਹਾਰਾ ਤੋਂ ਭਾਵ ਕਾਰਖਾਨਾ ਬਣਾਵੇ ਜਤ ਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਤ ਰੱਖੇ ਬੰਦਾ, ਇਨਸਾਨ, ਕਿਉਂਕਿ ਇਹ ਕਲਯੁਗ ਦੇ ਅੰਦਰ ਜਤ ਰੱਖਣਾ ਬਹੁਤ ਜ਼ਿਆਦਾ ਔਖਾ ਹੈ। ਸੋ ਕਈ ਪ੍ਰਕਾਰ ਦਾ ਜਤ ਮਹਾਰਾਜ ਨੇ ਦੱਸਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਗ੍ਰਸਤੀ ਦਾ ਜਤ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਮਖਾਣਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਪਾਰਤਰੀਆ ਰੂਪ ਦੀਰਘ ਸਮਾਨ ਲਗ ਜਾਵੇਦਿਕ, ਔਰ ਜਨਨੀ ਭਗਨੀ ਸੁਤਾ ਰੂਪ ਕੈ ਨਿਹਾਰੀ ਹੈ। ਸੋ ਮਹਾਰਾਜ ਫਰਮਾਉਂਦੇ ਨੇ, ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਐਸਾ ਬਣ ਕੇ ਰਹੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਸ ਤਰ੍ਹਾਂ 8 ਅੰਗਾਂ ਕਰਕੇ ਵਿਹੰਗਮ ਨੂੰ ਜਤੀ ਰਹਿਣ ਦਾ ਹੁਕਮ ਹੋਇਆ। ਜਿਹੜੇ ਵਿਹੰਗਮ ਨੇ, ਡੇਰਿਆਂ 'ਚ ਰਹਿਣ ਵਾਲੇ, ਉਹਨਾਂ ਨੂੰ ਹੁਕਮ ਹੈ। ਕਲਯੁਗ ਦਾ ਇਤਨਾ ਭਾਰੀ ਪ੍ਰਭਾਵ ਹੋਣ ਕਰਕੇ ਇੰਨਾ ਜ਼ਿਆਦਾ ਜਤੀ ਸਤੀ ਕਰੋੜਾਂ ਵਿੱਚੋਂ ਬਿਰਲਾ ਹੀ ਇਨਸਾਨ ਮਿਲਦਾ। ਜਤ ਵਾਹਿਗੁਰੂ ਰਖਾਵੇ, ਸਿਰ ਤੇ ਸਤਿਗੁਰੂ ਹਮੇਸ਼ਾ ਪਹਿਰਾ ਰੱਖਣ। ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੀ ਜੀਵ ਜਤ ਸਤ ਵਿੱਚ ਕਾਇਮ ਰਹਿ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਿੱਧੋ ਜਿਹੜਾ ਸਾਰਿਆਂ ਨਾਲੋਂ ਪਹਿਲਾਂ, ਜਦੋਂ ਬੰਦੇ ਕੋਲ ਕਾਰਖਾਨਾ ਹੈ ਤਾਂ ਹੀ ਅੱਗੇ ਘਾੜਤ ਘੜੇਗਾ। ਜੇ ਬੰਦੇ ਕੋਲ ਜਾਤ ਸਤ ਨਹੀਂ, ਉਹ ਭਗਤੀ ਵਿੱਚ ਕਾਮਯਾਬ ਨਹੀਂ ਹੁੰਦਾ। ਬਹੁਤ ਸਾਰੇ ਲੋਕ ਐਸਾ ਕਹਿੰਦੇ, ਅਸੀਂ ਬੜਾ ਕਰਦੇ ਹਾਂ, ਮਨ ਨਹੀਂ ਟਿਕਦਾ, ਪ੍ਰਾਪਤੀ ਨਹੀਂ ਹੁੰਦੀ। ਇਹੀ ਕਮੀ ਹੁੰਦੀ ਉਹਨਾਂ ਦੇ ਅੰਦਰ ਬਹੁਤੀ ਜ਼ਿਆਦਾ, ਕਿ ਜਾਤ ਸਤ ਵਿੱਚ ਉਹ ਢਿੱਲੇ ਪੈ ਜਾਂਦੇ ਨੇ। ਮਨ ਕਰਕੇ ਜਤੀ ਰਹਿਣਾ ਬਹੁਤ ਔਖਾ ਹੈ। ਜਿਹੜੇ ਮਨ ਕਰਕੇ ਜਤੀ ਰਹਿੰਦੇ ਨੇ ਉਹ ਅਤਰਥੀ ਯੋਧੇ ਮੰਨੇ ਜਾਂਦੇ ਨੇ। ਸਰੀਰ ਕਰਕੇ ਜਤੀ ਰਹਿਣਾ ਇਹ ਵੀ ਮੰਨੇ ਜਾਂਦੇ ਨੇ ਕਿ ਤਕੜੇ ਯੋਧੇ ਸਰੀਰ ਕਰਕੇ ਬਚਿਆ। ਇਸੇ ਪ੍ਰਕਾਰ ਅੱਖਾਂ ਕਰਕੇ ਜਤੀ ਰਹਿਣਾ, ਕੰਨਾਂ ਕਰਕੇ ਜਤੀ ਰਹਿਣਾ, ਮਾੜੀ ਗੱਲ ਨਾ ਸੁਣਨੀ, ਮਾੜੀ ਗੱਲ ਨਾ ਦੇਖਣੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨ ਦੇ ਅੰਦਰ ਵਿਕਾਰ ਭਾਵਨਾ ਜਿਹਦੀ ਆਵੇ ਹੀ ਨਾ। 6 ਜਤੀ ਮਹਾਰਾਜ ਨੇ ਬਾਣੀ ਦੇ ਅੰਦਰ ਲਿਖੇ ਨੇ, 6 ਜਤੀ ਮਾਇਆ ਕੇ ਬੰਦਾ, ਗਾਵਨ ਤੁਧਨੋਂ ਜਤੀ ਸਤੀ ਸੰਤੋਖੀ। ਸੋ ਜਤੀ ਦੇ ਇਸੇ ਕਰਕੇ ਉਹਨਾਂ ਨੂੰ ਮਹਾਨ ਜਤੀ ਮੰਨਿਆ ਹੈ। ਜਿਵੇਂ ਲਕਸ਼ਮਣ ਜੀ ਹੋਏ ਨੇ, ਉਹਨਾਂ ਨੇ ਸਾਰੀ ਜ਼ਿੰਦਗੀ ਸੀਤਾ ਦੇ ਸਿਰਫ ਚਰਨਾਂ ਨੂੰ ਦੇਖ ਕੇ ਹੀ ਪਛਾਣਿਆ ਉਹਨਾਂ ਨੂੰ, ਕਦੇ ਮੁੱਖ ਵੱਲ ਦੇਖਿਆ ਹੀ ਨਹੀਂ। ਮਨ ਵਿੱਚ ਜਿਨ੍ਹਾਂ ਦੇ ਵਿਕਾਰ ਹੀ ਨਹੀਂ ਆਇਆ ਕਦੇ, ਸਾਰੇ ਜਤੀ ਇਸੇ ਕਰਕੇ। ਉਸ ਤੋਂ ਬਾਅਦ ਜਾ ਕੇ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਫਿਰ ਮਨ ਬਾਣੀ ਸਰੀਰ ਕਰਕੇ ਜਤੀਆਂ ਦੀ ਗਿਣਤੀ ਸ਼ੁਰੂ ਹੋਈ। ਪੁਰਾਣੇ ਸਮੇਂ ਵਿੱਚ ਵੀ ਹੋਏ ਜਤੀ ਬਹੁਤ। ਜਤ ਰੱਖਣਾ ਇੱਕ ਅੰਮ੍ਰਿਤ ਹੈ। ਸਰੀਰ ਦੀ ਸਾਰੀ ਤਾਕਤ, ਮਨ ਦੀ ਇਕਾਗਰਤਾ, ਪਰਮੇਸ਼ਰ ਦੀ ਖੁਸ਼ੀ ਜਤ ਵਿੱਚ ਹੈ। ਸੋ ਜਦੋਂ ਜਤ ਤੋਂ ਇਨਸਾਨ ਡੋਲਣਾ ਸ਼ੁਰੂ ਹੁੰਦਾ ਹੈ, 100 ਗੁਣੇ ਕੀਤੀ ਹੋਈ ਭਗਤੀ 99 ਗੁਣਾ ਖਤਮ ਹੋ ਜਾਂਦੀ, ਇੱਕੋ ਹੀ ਗੁਣਾ ਬਾਕੀ ਰਹਿ ਜਾਂਦੀ। ਇਸ ਕਰਕੇ ਉਹ ਆਪਣੇ ਆਪ ਨੂੰ ਇੰਨਾ ਸੰਭਾਲ ਕੇ ਰੱਖੇ, ਜਿਨ੍ਹਾਂ ਨੇ ਭਗਤੀ ਕਰਨੀ ਹੈ,
कि जात विच मन कायम रहे। जे मन डोल गया तो शरीर कायम रहे। इस करके सतगुरु कहते ने जुबान करके जती होना, माड़ी गल ना सुननी ना बोलनी। तां सतगुरु महाराज ने सिद्धां नूं इह समझाया जिथे सारी दुनिया नूं समझाया। धीरज, सुनियार अते बहुत सारा धन दौलत की प्राप्ति अते इहदी निवृत्ति विच सुख दुख विच धीरज रखना। धन आ गया तो धन चलिया गया। जिहड़ा धीरज है ये जत तो बिना धीरज नहीं आउंदा। जती बंदा बहुत धीरजवान हुंदा। जिहड़े बंदे अंदर जत नहीं वो काला पैंदा रहिंदा, क्योंकि होछा हो जांदा, वो भड़कदा फिरदा थां थां दे उत्ते। मन की एकाग्रता टिकाओ सतगुरु जाणदे ने। सतगुरु अपने सिख नूं बचा के रखण, सतगुरु सिर ते मिहर भरिया हथ रखण। क्यों सतगुरु की किरपा हुंदी सिख दे उत्ते कि धीरज वड्डी चीज़ है। धीरज जज्जे नूं औंकड़ भी है, सस्से नूं औंकड़, रारे नूं औंकड़, सुनियार। ये सुनियारा बनाउणा करे धीरज रूप। पदार्थां की प्राप्ति विच खुश ना होवे ते पदार्थां की जाण ते औखे समय ते दुखी ना होवे। मन दे अंदर इउं निश्चा करे कि मेरे पास संपदा रही हुई नहीं अते विपता भी नहीं रहनी संसार दे विच। जिवें भगत कबीर जी ने फरमाया, संपै देख ना हरखी है, विपत देख ना रोए। पैसा देख के बाला खुश ना होवे ते जदों विपता पै जाए बाला रोवे ना। फिर ज्यों संपै त्यों विपत है। जिवें पैसा है उवें विपता है, दोनों इक्को जिहे ही ने। विध ने रचिया सो होए। जो विधाता ने रचिया है उही होना। सुख दुख आउंदे ही रहने ने। अप डाउन जिंदगी च कबहू जीड़ा ऊब चढ़त है, कबहू जाए पाए आले। लोभी जीड़ा थिर न रहत है, चारे कुंडा भाले। इस करके महाराज दसवें पातशाह ने भी जात बारे ही बहुत सोहना जो बख्शिश की है। इस करके महाराज सच्चे पातशाह ने उच्चारण किया कि जदों नौवें पातशाह ने सानू दात बख्शिश की, सानू एक गल कह दी, सुध जब ते हम तरी बचन गुरदय हमारे। पूत यह प्रण तोहे प्राण जब लग घट थारे। निज नारी के साथ नेहो तुम नित बढ़ाई हो। पर नारी की सेज भूल सुपने हो न जई हो। सो इस तरह महाराज ने जात दे विच कायम रहन वास्ते खालसे नूं हुक्म कीता अते कुरैतां तो बचण लई हुक्म कीता। जो कुरैत एक हुंदी रहत, एक हुंदी कुरैत। रहत तो उल्ट। महाराज सच्चे पातशाह फरमाउंदे ने, हुक्का हजामत हलालो हराम। इन्हां चार कुरैतां तो मेरा खालसा बच के रहे। तंबाकू आदक तो, केसां दी बेअदबी तो। सो इसे प्रकार किसी भी प्रकार का जो गलत खाना, खुद नूं पता है कि दाल रोटी का ही अमल कहा खालसे नूं। परचा शब्द का, दीदार खालसे का, अमल प्रसादे का। ये 3 अखर लिखे तो होए ने रहतनामे विच। इस करके महाराज ने कहा किसी प्रकार का भी मीट, आंडा, शराब, ये गलत चीज़ां खाण तो मना कीतियां ने महाराज ने। सानू कोई शौक नहीं गा भी मैनू कोई लालच नहीं भी मैनू मेरे घरे फिर चैक आउणगे बहुत इस गल दे भी मैनू कोई वडियाई मिलने वाली आ भी जां मैं प्रैस करके आपदे कोलों कोई गल कहना। जो निश्चय करके गल सही आ उही गल कहनी है। जो मैं अपनी जिंदगी च अपने प्रैक्टिकल च सोच विचार करदा कि जब रोटी खा के दुध पी के इन्ने विकार फुरदे आ ते मांस खा के किन्ने के विकार फुरनगे, आंडे खा के किन्ना क बंदा जती सती रह सकदा। वो तो गर्मी बहुत हुंदियां चीज़ां, संभाल ही नहीं हुंदी शरीर तो। सो इस करके जिन्हां ने भजन बंदगी करनी है, जिन्हें मन नूं टिकाउणा, मैं उहदी गल करदा। जिन्हें सारा दिन विषयां विकारां वाल ही ध्यान रखना, जबान दे स्वाद विच ही फसिया होया, असीं उहनां नूं कुछ भी नहीं कहंदे। असीं किहड़ा बांह फड़दे किसी दी आके भी तूं आ ना कर। केवल आज़ादी है बोलण दी स्टेज ते इस गल दी कि सही गल कही जावे। आपां ने किसी दे प्रभाव नूं नहीं मनना। आपां ने गुरु ग्रंथ साहिब दे कोल बैठ के जो गुरु ग्रंथ साहिब च लिखिया है
ਉਹੀ ਸਿੱਖਿਆ ਨੂੰ ਬੋਲਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਰਕੇ ਕਿਹਾ ਹਰਾਮ। ਇਹ ਹਰਾਮ ਅੱਖਰ ਵਿੱਚ ਆ ਜਾਂਦਾ। ਜਤ ਪਹਾਰਾ ਭਾਵ ਹਰਾਮ ਹੁੰਦਾ ਪਰਾਏ ਥਾਵਾਂ ਤੇ ਜਾ ਕੇ ਖੇ ਖਾਣੀ ਆਦਿਕ। ਮਹਾਰਾਜ ਨੇ ਕਿਹਾ ਚਾਰ ਕ੍ਰਿਤਾਂ ਤੋਂ ਖਾਲਸਾ ਬਚ ਕੇ ਰਹੇ। ਇਸ ਕਰਕੇ ਸਤਿਗੁਰੂ ਨੇ ਜਦੋਂ ਆਪਾਂ ਨੂੰ ਇਹ ਜਾਤ ਬਖਸ਼ਿਆ, ਇਹ ਠੀਕ ਹੈ, ਇਹਨਾਂ ਨੂੰ ਜਿੱਤਣ ਲੱਗਿਆਂ ਬਹੁਤ ਦੇਰ ਲੱਗ ਜਾਂਦੀ। ਜਿਵੇਂ ਨੀਂਦ ਨੂੰ ਸੈੱਟ ਕਰਦਿਆਂ ਕਰਦਿਆਂ ਕਾਫੀ ਸਮਾਂ ਲੱਗ ਜਾਂਦਾ, ਖਿੱਚ ਖਿੱਚ ਕੇ ਠੀਕ ਕਰਨੀ ਪੈਂਦੀ ਹੈ। ਇਹ ਫੇਰ ਭਾਰੂ ਹੋ ਜਾਂਦੀ। ਭੁੱਖ ਵੀ ਬਹੁਤ ਔਖੀ ਠੀਕ ਹੁੰਦੀ ਹੈ। ਨੀਂਦ ਤੇ ਵੀ ਕੰਟਰੋਲ ਕਰਨਾ ਬਹੁਤ ਔਖਾ। ਇਹਨੂੰ ਘਟਾ ਕੇ ਥੋੜੇ ਤੱਕ ਲੈ ਆਉਣਾ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਧੀਰਜ ਵਿੱਚ ਆ ਜਾਓ। ਧੀਰਜ ਮਨ ਨੇ ਕਾਹਲਾ ਨਾ ਪੈਣਾ। ਜਿਵੇਂ ਸੰਤਾਂ ਮਹਾਤਮਾ ਦਾ ਮਨ ਬਹੁਤ ਧੀਰਜ ਵਿੱਚ ਹੁੰਦਾ। ਆਪਣਾ ਮਨ ਧੀਰਜ ਸਹਿਤ ਕਰੇ। ਸੰਤ ਕਿਹਨੂੰ ਕਿਹਾ? ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨ ਹੈ। ਕਹਿੰਦੇ ਨੇ ਜਿਹੜੀ ਸਹਿਣਸ਼ੀਲਤਾ ਹੈ ਸੰਤਾਂ ਵਾਂਗ ਰੱਖੇ। ਮਿੱਤਰਸ ਦੁਰਜਨ ਹੈ। ਖੋਟੇ ਪੁਰਸ਼ ਅਤੇ ਮਿੱਤਰ ਇੱਕੋ ਹੀ ਲੱਗਦੇ ਨੇ ਉਹਨਾਂ ਨੂੰ। ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ। ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਹੁਣ ਅਨੇਕ ਪ੍ਰਕਾਰ ਦੇ ਇੱਕ ਬੰਦਾ ਭੋਜਨ ਬਣਾ ਕੇ ਲਿਆਇਆ, ਥਾਲ ਭਰ ਕੇ ਸੋਹਣੀ 36 ਪ੍ਰਕਾਰ ਦੇ ਮਹਾਤਮਾ ਲਈ। ਇੱਕ ਪਾਸੇ ਨਿੰਦਕ ਜਿਹੜਾ ਹੈ ਆਵਦ ਹੁੰਦਾ, ਸ਼ਸਤਰ ਲੈ ਕੇ, ਕੁਹਾੜਾ ਲੈ ਕੇ, ਤਲਵਾਰ ਲੈ ਕੇ ਸੰਤ ਦੇ ਸਿਰ ਤੇ ਖੜਾ ਹੋਵੇ ਕਿ ਤੇਰੇ ਮਾਰ ਦੇਣੀ ਮੈਂ। ਇੱਕ ਪਾਸੇ ਭੋਜਨਾਂ ਦੇ ਥਾਲ ਲੈ ਕੇ ਪ੍ਰੇਮੀ ਖੜਾ। ਕਹਿੰਦੇ ਉਹ ਐਸੀ ਬਿਰਤੀ ਦੇ ਮਾਲਕ ਹੁੰਦੇ ਨੇ, ਉਹਨਾਂ ਨੂੰ ਦੋਨੋਂ ਇੱਕੋ ਜਿਹੇ ਲੱਗਦੇ ਨੇ। ਬਿਰਤੀ ਉੱਪਰ ਉਠਾ ਕੇ ਜੇ ਦੇਖੀਏ, ਜਿਹੜਾ ਥਾਲ ਲੈ ਕੇ ਪ੍ਰੇਮੀ ਖੜਾ ਉਹ ਕਹਿੰਦੇ ਇਹਦੇ ਵਿੱਚ ਵੀ ਨਿਰੰਕਾਰ ਦੀ ਜੋਤ ਹੈ। ਜਿਹੜਾ ਕੁਹਾੜਾ ਲੈ ਕੇ ਖੜਾ ਇਹ 'ਚ ਵੀ ਤੂੰ ਹੀ ਬੈਠਾ, ਮੈਂ ਕਿਹਨੂੰ ਮਾੜਾ ਕਹਿ ਦਿਆਂ। ਇਹ ਤੇਰਾ ਹੀ ਪ੍ਰੇਰਿਆ ਹੋਇਆ, ਆਹ ਵੀ ਤੇਰਾ ਹੀ ਪ੍ਰੇਰਿਆ ਹੋਇਆ, ਤੁਸੀਂ ਤਾਂ ਬੈਠੇ ਹੋ ਸਾਰਿਆਂ ਵਿੱਚ। ਇਸ ਕਰਕੇ ਉਹ ਬਿਰਤੀ ਜਿਹੜੀ ਆ ਸਿਮਰਨ ਦੇ ਦੁਆਰਾ ਹੀ ਉੱਪਰ ਉੱਠਦੀ ਹੈ। ਭਗਤੀ ਕਰਦਿਆਂ ਕਰਦਿਆਂ ਜਦੋਂ ਸਾਰਾ ਦਿਨ ਆਪਾਂ ਉਹ ਭਗਤੀ ਕਰਦੇ ਨਹੀਂ, ਸਾਰਾ ਦਿਨ ਧਿਆਨ ਜਿਹੜਾ ਇੱਧਰ ਉੱਧਰ ਰਹਿਣ ਕਰਕੇ ਸੰਤਾਂ ਮਹਾਤਮਾ ਦੀ ਤੇ ਗ੍ਰਸਤੀਆਂ ਦੀ, ਆਮ ਸੰਸਾਰੀ ਬੰਦਿਆਂ ਦੀ ਬਿਰਤੀ 'ਚ ਬਹੁਤ ਫਰਕ ਹੁੰਦਾ। ਸੋ ਜਿਵੇਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ, ਉਹਨਾਂ ਦੇ ਕੋਲੇ ਜਦੋਂ ਮਹਾਂਪੁਰਖ ਆਏ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਇੱਕ ਵਾਰ ਕਹਿਣ ਲੱਗੇ ਜੀ ਸੰਸਾਰੀ ਬੰਦੇ ਤੇ ਭਗਤ ਲੋਕ ਦਿਨੇ ਤਾਂ ਸੰਸਾਰੀ ਕੰਮ ਕਰਦੇ ਨੇ, ਭਗਤ ਲੋਕ ਜਿਹੜੇ ਨੇ ਉਹ ਦਿਨੇ ਭਗਤੀ ਕਰਦੇ ਨੇ, ਪਰ ਜਦੋਂ ਰਾਤ ਨੂੰ ਸੌਂ ਜਾਂਦੇ ਨੇ ਗ੍ਰਸਤੀ ਬੰਦੇ ਵੀ ਭਗਤ ਵੀ, ਉਦੋਂ ਤਾਂ ਇੱਕੋ ਜਿਹੀ ਅਵਸਥਾ ਹੁੰਦੀ, ਸੁੱਤੇ ਪਏ। ਮਹਾਂਪੁਰਖ ਕਹਿਣ ਲੱਗੇ ਨਹੀਂ, ਫਰਕ ਹੁੰਦਾ, ਉਦੋਂ ਵੀ ਫਰਕ ਹੁੰਦਾ। ਗ੍ਰਸਤੀ ਸੁੱਤਾ ਪਿਆ ਕੀ ਸੋਚਦਾ, ਤੇ ਭਗਤ ਜਨ ਤਾਂ ਨਾਮ ਹੀ ਜਪਦਾ। ਸੋ ਇਸ ਕਰਕੇ ਕਬੀਰ ਸੁਪਨੇ ਹੂੰ ਬਰੜਾਏ ਕਹਿ ਮੁਖ ਨਿਕਸੈ ਰਾਮ। ਸੁਪਨੇ ਵਿੱਚ ਭਗਤ ਰਾਮ ਦਾ ਨਾਮ ਲੈਂਦੇ ਨੇ, ਵਾਹਿਗੁਰੂ ਕਹਿੰਦੇ ਨੇ, ਨਾਮ ਜਪਦੇ ਨੇ। ਸੋ ਕਹਿਣ ਲੱਗਿਆ ਮਨ ਨੂੰ ਮਹਾਰਾਜ ਤਸੱਲੀ ਜੀ ਨਹੀਂ ਹੋਈ, ਕਿਵੇਂ ਕੋਈ ਉਦਾਹਰਨ ਦਿਓ। ਗੱਲਾਂ ਕਰਦਿਆਂ ਕਰਦਿਆਂ ਰਾਤ ਦੇ 12 ਵੱਜ ਗਏ ਸੀ। ਕਹਿੰਦੇ ਚੱਲ ਪਾਣੀ ਵਾਲਾ ਗੜਬਾ ਚੱਕ ਸਾਡਾ, ਚੱਕ ਕੇ ਲੈ ਕੇ ਤੁਰ ਪਏ। ਕਹਿੰਦੇ ਉਹ ਡਿਊਟੀ ਤੇ ਚੱਲਦੇ ਤੇਰੇ ਪਹਿਰੇਦਾਰਾਂ ਕੋਲੇ। ਉੱਥੇ ਪਹਿਰੇਦਾਰ ਦੇਖਿਆ ਰਾਤ ਨੂੰ ਘੂਕ ਸੁੱਤੇ ਪਏ ਆ, ਕੋਈ ਪਹਿਰਾ ਨਹੀਂ। ਕਹਿੰਦੇ ਮਾੜਾ ਜਿਹਾ ਪਾਣੀ ਦਾ ਛਿੱਟਾ ਮਾਰ ਇਹਨਾਂ ਤੇ। ਜਦੋਂ ਛਿੱਟਾ ਮਾਰਿਆ ਇੱਕਦਮ ਆਪਣੇ ਹਥਿਆਰ ਫੜ ਕੇ ਆ ਗਏ, ਹੋਏ ਮਾਰ ਲਓ ਫੜ ਲਓ, ਰੌਲਾ ਪਾਤਾ। ਕਿਉਂਕਿ ਜਿਹਦੇ ਹੱਥ 'ਚ ਤਲਵਾਰ, ਸੋਟਾ, ਡਾਂਗ, ਬੰਦੂਕ ਫੜੀ ਹੋਈ ਆ, ਸਿਪਾਹੀ ਆ, ਹੁਣ ਤਾਂ ਆਪਣਾ ਰੌਲਾ ਪਾਉਣਾ ਵੀ ਪਤਾ ਨਹੀਂ ਕੀ ਹੋ ਗਿਆ। ਸੋ ਮਹਾਰਾਜਾ ਕਹਿਣ ਲੱਗਿਆ ਸਾਵਧਾਨ ਹੋ ਕੇ ਪਹਿਰਾ ਦਿਓ ਆਪਣਾ, ਕੋਈ ਗੱਲ ਨਹੀਂ, ਅਸੀਂ ਆ ਰਹੇ, ਇੱਧਰ ਆਏ ਸੀ। ਬਾਅਦ ਜਿੱਥੇ ਸੰਤਾਂ ਦੇ ਨਾਲ ਦੇ 8-10 ਸੰਗੀ ਪਏ ਸੀ, ਕਹਿੰਦੇ ਹੁਣ ਇਹਨਾਂ ਤੇ ਛਿੱਟਾ ਮਾਰ। ਜਦ ਪਾਣੀ ਦਾ ਮਾੜਾ ਜਿਹਾ ਛਿੱਟਾ ਉੱਪਰ ਮਾਰਿਆ, ਉਹ ਸਾਰੇ ਸਤਸੰਗੀ ਇੱਕਦਮ ਉੱਠ ਕੇ ਬੈਠੇ ਹੋ ਕੇ ਆਖਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਧੰਨ ਨਿਰੰਕਾਰ, ਧੰਨ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ, ਕਿਰਪਾ ਕਰ। ਸੋ ਉਸ ਵਕਤ ਰਾਜਾ ਮੰਨ ਗਿਆ। ਵਾਕਈ ਵੀ ਜਦੋਂ ਸੰਸਾਰੀ ਬੰਦਾ ਸੁੱਤਾ ਪਿਆ, ਉਹ ਸੁੱਤਾ ਪਿਆ ਵੀ ਪੈਸਿਆਂ 'ਚ ਧਿਆਨ ਹੈ, ਕੰਮਾਂ 'ਚ ਧਿਆਨ ਹੈ, ਬੱਚਿਆਂ 'ਚ ਧਿਆਨ ਹੈ, ਉਹਦਾ ਸੁਪਨੇ ਹੀ ਇਹੋ ਜਿਹੇ ਹੁੰਦੇ ਨੇ। ਰੱਬ ਦੇ ਪਿਆਰਿਆਂ ਦੇ ਧਿਆਨ ਜਿੱਥੇ ਹੁੰਦੇ ਨੇ, ਸੁੱਤਿਆਂ ਪਿਆ ਰਾਤ ਨੂੰ ਹਜ਼ੂਰ ਸਾਹਿਬ ਹੈ, ਕਦੇ ਪਟਨਾ ਸਾਹਿਬ ਹੈ, ਕਦੇ ਅਨੰਦਪੁਰ ਸਾਹਿਬ ਹੈ,
कदे हरमंदर साहब के दर्शन हो रहे ने, कदे महाराज दे हो रहे ने, कदे सत्संगत हो रही है। इस तरह आपो अपनी बिरती है, ध्यान का टिकना है इत्थे। तो महाराज सच्चे पातशाह कहंदे ने ये धीरज सहित अपने मन नूं रखदे ने। नाले संत अखर जिवें स्टूडेंट है, विद्यार्थी है, जिहड़ा नर्सरी का बच्चा है, फिर पहली च है, दूसरी च है, 10वीं का MA है, PhD करदा, ट्रिपल MA भी कर जे, रहना तो उन्हें विद्यार्थी ही है। क्योंकि स्टूडेंट अखर तां पहली क्लास तो शुरू हुंदा ते सारी जिंदगी जब तक वो पढ़ता स्टूडेंट अखर लगे ही रहना। सो इस प्रकार ऐसे अखर जिहड़े ने हुण संत अखर की वरतों हरेक लई ही लोग कर दिंदे ने। वास्तव दे विच पहलां पता ही नहीं हुंदा कि कौन कित्थे खड़ा। जिन्हां महात्मा की गल असीं करदे हां वो तो बहुत ज़्यादा वड्डे ने, असल विच है ही महात्मा ओह सी। ये संत बाबा गुरबचन सिंह जी खालसा ने कहा सी, बड़ी पुरानी गल है, सिंह दसदे हुंदे ने 1960-65 च, कहंदे भाई कोई समा आऊगा कि ब्रह्म ज्ञानी महात्मा का काल पै जाएगा, लभणे ही नहीं किधर गए। तो इस करके केवल लिबास का नाम नहीं है, अवस्था का नाम है। जिन्ना सास गिरास न विसरै, हर नामा मन मंत, धन से सही नानका पूर्ण सोई। संत महाराज ने सारा दस्या होया। और रब दे प्यारियां दी मत अचल हुंदी, आहरण मत। सो ये शब्द जिहड़ा है आहरण, ऐड़ा हाहा रारा अणाणे सिहारी, तिन्ने पहले मुक्ते है। असल विच उहदा वैसे अखर हैगा ऐरण, एक हुंदा अखर आरण। जे आरण अखर होवे तां उहनूं कहंदे पट्ठी, कोले वाली, जिहदे विच सुनियारा कुठाली रखदा। बाणी अंदर भी आया, ज्यों आरण लोहा पाए भन कढ़ाईया। और फिर गुरु नानक साहब का ही शब्द है मारू राग दे विच, काया आरण मन विच लोहा। आरण नाम भट्ठी दा है। पंच अगन तित लाग रही, कोयले पाप पड़े तिस ऊपर, मन जलिया सन्नी चिंत पई। ये शब्द है मारू महला पहला घर पहला, करनी कागद मन मसवाणी, बुरा भला दोए लेख पए। सो इस तरह ये जिहड़ा आरण शब्द है अते आहरण शब्द है, दो अलग अलग ने। आहरण हुंदी लोहे दी, बड़ा सारा लोहे दा आहरण, जिहदे उत्ते रख के फिर थौड़ी नाल। सो लोहार जिहड़ा है वड्डी आहरण दे उत्ते समान नूं कुट कुट के रंबे दातियां होर समान कटदा। सुनियारा छोटी जी आहरण हुंदी उहदे कोले, तो वह टिक 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 करी जाता सारा दिन। अते इसे तरह जिहड़े दूसरे लोहार है, कहने 100 सुनियार दी एक लोहार दी। लोहार दी इको ही बड़ी है, एडी जोर दी मारदा लोहे दे उत्ते। पर गुण वक्खो वखरा होण करके सोने की घाड़त घड़न लई छोटी आहरण अते वेद हुंदा ज्ञान हथियार। हथियार हुंदा थौड़ा। सो ਉਹਦੇ ਕੋਲ ਹੁੰਦੀ ਨਿੱਕੀ जी हथौड़ी। ये ज्ञान दा है। जिवें प्रतख हथियारां दे वजन नाल लोहे दी जिहड़ी आहरण है वो अचल ही रहिंदी है, हिलदी नहीं। इसे प्रकार महाराज सच्चे पातशाह कहंदे ने ये जिहड़ा ज्ञान है ना, वेद हथियार, ज्ञान ही हथियार है साडे पास। इस करके महाराज कहंदे ने जिवें मर्जी कोई बोली जावे, क्योंकि लोगों ने आपां नूं बहुत कुछ कहना, पर आहरण मत नूं एक जगह आहरण वांगू टिका के रखना पैंदा। बहुते लोगों नूं सच्चाई सचूई का कोई नहीं पता हुंदा, किसी नूं नहीं बहुता पता हुंदा, क्योंकि सच्चाई का पता जिहड़ा अंतिम सारियां चीज़ां ने असलीयत तक जाना बहुत औखा है। संसार की तो ये चाल है कि एक गल का माड़ा जिहा इशारा जा कर दो, सारी दुनिया उही गल बोलण लग जाएगी। असलीयत जिहड़ी है वो बहुत कोहां दूर है सारियां तो। कलयुग का समा होण करके असलीयत नूं लोग नकली कहंदे ने ते नकली नूं असली कहंदे ने। कलयुग का समा है। इस करके महाराज सच्चे पातशाह कहंदे ने कि मन नूं ना डुलावे, मन नूं डुला लैंदा। जिहड़े गुरु साहब दे वाक ने उन्हां वाकां दे उत्ते पहरा दे के अपने मन नूं टिका के रखे। तां महाराज सच्चे पातशाह कहंदे ने
जिवें महाराज ने वचन किया कि सिमरत शास्त्र वेद सभै बहु भेद कहें हम एक न जान्यो। महाराज जी ये भी कहते हैं, चौं मैं पेख्यो खट मैं पेख्यो 10 अष्टी सिमरताए सब मिल एको एक वखाना तो किसते कहों दराए। सो इस तरह के जिहड़े बचन ने गुरु साहब दे सुन के असलीयत नूं विचारे कि गुरु साहब ने बचन कादे परथाए कहे ने, इन्हां दा असल निशाना की है। अपनी मत नूं डला के उल्टा निश्चा ना करे। महाराज ने जिहड़े वाक कहे ने, हुण इउं तां हरेक बंदा ही अपनी मत मुताबक अर्थ कर लैंदा। अर्थ इउं थोड़ी हुंदे ने भी अपने घरे बैठे ते घरे डिक्शनरी अपनी नवीं बना ली। सो जिवें कोई खाण पीण वाला बंदा कह रहा सी कि खाना पीना पवित्र है, बाणी च लिखिया है जो मर्जी खाई जाओ जी, महाराज ने लिखिया खाना पीना पवित्र है। ये तो खरड़ ज्ञानियां वालियां गल्लां घरे बह के गल बना लैनी। महाराज दा तां कहण दा भाव जिहड़ा सी ओह तां समझिया नहीं। महाराज दा तां मतलब है कि भगतां दा खाना पीना जो पवित्रता वाला खाना खांदे ने भगत, ते लोकां ने कोलों ही गल्लां बना लईआं। हुण जिवें महाराज सच्चे पातशाह जी ने उच्चारण कीता है जिहड़ा वचन, सतगुरु जिवें कहंदे ने वचन कि हक पराया नानका उस सूअर उस गाए गुर पीर हामा तां भरे जां मुरदार ना खाए। सतगुरु दे बहुते वचन ऐसे ने जिहड़े भाव अर्थ दे नाल जुड़े होए ने। जिवें सतगुरु कहंदे ने, इहो जग धूए का पहाड़ तैं साचा मानिया के विचार। ये संसार धूए का पहाड़ है, ते जे कोई न्याणिਆਂ वांगू कहे धुआं दिखदा तां है नहीं किते। गल तां समझाउण दी है भी सतगुरु की समझा रहे ने। इउं जिहड़ा है मन की एकाग्रता बना के मन नूं डलावे ना। जिवें मैं बहुत सारियां विचारां रखदा अपणियां, बहुत सारियां गल्लां लोग ये समझते हैं भी इहनूं इन्हां गल्लां दा पता ही नहीं, भी सानूं ज़्यादा पता है। बहुत दुनिया नूं ऐसा ही हुंदा कि फलाने विद्वान ने तां ऐ कहा, फलाने ने ऐ कहा। नहीं, कोई मैनूं वडियाई लैण दी इच्छा नहीं है, मैनूं कही नहीं कि मैनूं इनाम दिओ। अक्सर साडी भी तां सारी जिंदगी लंघी इस पासे नूं, असीं किहड़ा होर कोई काम कीता। 10वीं तो बाद लोग डिप्लोमा करते हैं, कई कुछ करते, वो 10 साल ला के कोई डॉक्टर बन गया बड़ा, कोई। असीं 10वीं तो बाद 32 साल हो गए हुण इसे पासे, और इन्नी खोज, इन्नी चारे पासे रब दे प्यारिਆਂ दे नाल मिलाप, और बहुत बड़े बड़े गुरमुखां दी संगत करके महाराज की कृपा नाल इन्नी सोझी हुंदी इंसान नूं। सच्चाई जिहड़ी है वो एक होर चीज़ हुंदी है, ते बाकी दीयां सारियां जिहड़ियां गल्लां ने, ये सारियां गल्लां जे मन दे तौर ते आपे ही कोई सोच के उन्हां गल्लां नूं बनाउंदा, गलती। सच्चाई कुछ होर हुंदी है, असलीयत कुछ होर हुंदी है। इस करके जिहड़ी भी गल कदे भी दास ने कही कथा च, महाराज की हजूरी विच आपां कदे भी गलत गल जां झूठी गल नहीं कहंदे हां। हर गल बहुत विचार के, कथा च आउण तो पहला कोई गल अही जी मेरे मन च आ जाए, कोई शंका वाली गल होवे, कोई दुनिया के रौले दी, मैं किते एवें स्टेज ते नहीं आके बहिंदा। पहला मेरी घट्टो घट 5 उन्हां बंदियां नाल गल हुंदी जिहड़े बहुत उच्च कोटि दे मालक ने, अवस्था दे मालक ने, भी मैनूं आ शंका निवृत्त करो मेरा, क्योंकि मैं स्टेज ते बहना, मैं लखां लोकां नूं उपदेश करना जाके, आ दुनिया दे अंदर रौला है, इहदी निवृत्ति करो। ये 10वें पातशाह नूं बेनती करके पुछो, आ अकाल पुरख जी नूं बचन करके पुछो, मैनूं इहदे बारे स्पष्टीकरण चाहीदा। मैंने स्टेज ते नहीं मैं बोलना, फिर जां मैं कथा बंद करके घर बह जाना। फिर तो इस करके जदों मैनूं सॉलिड प्रूफ मिलते हैं सारे, जो रब दे प्यारे कह देण महाराज नूं पुछ के, महाराज अग्गों कह देण हाँ भाई ये साडी ही किरता सारी, उदों बाद मैं स्टेज ते आके चीज़ बोलदा। बाकी तुसी देखो अपनी अपनी अवस्था जरूर बनाओ, सारे मेहनत करो, अपने अंदर प्रकाश करो, अपनी निगाह अंदरली खोलो, जां फिर किसी ऐसे पुरुष नूं मिलो जिहदी अख खुली होवे ते उहनूं पुछ लो सारा कुछ। ये जिहड़ियां इधर उधर लोकां दीयां गल्लां सुन के अपना मन भटकदा रहा, इधर उधर गल्लां सुन के मन इधर उधर हो रहा, ये चंगी गल नहीं है।
सानू इउं नहीं कि असी कह सकते चलो सानू कि जो मर्जी कोई बोली जाए। साडा भाव अर्थ यह कहण दा कि बंदा डुबदा होवे सामने तो उन्हें बचा लेना चाहिए। कल नूं जे उन्हें इन्नी सज़ा मिलनी है, इन्ना औखा होना उन्हें, और कल नूं जो कहेगा कि हाँ जी ये गल्लां सच्चियां सी, सानू तां किसी ने गुमराह करता, वो भी चंगा नहीं है। इस करके जे मन की कोई शंका भी होवे किसी दी, वो मेरे नाल विचार कर सकदा, आके शंका निवृत्त कर सकदा है। असल विच जिहड़ी मैं गल कढ़ी सारिआं नालों वड्डी जां गुरमुखां तो पुछी है जां उन्हां ने गाहां अपनी बिरती अनुसार व्यापक परमेश्वर तो पूछी, उत्थे तां यही थर्मामीटर च गल आई कि इहदे भाई शरधा च कमी है, इन्हां दी शरधा दी घाट है। जे शरधा दी उचाई होवे तां ओह औगण नूं भी गुण करके ही देखदा, ते जे शरधा च कमी है ताइयों ये चीज़ां सामने आउंदियां, पर है तां नहीं इत्थे औगण कोई। शरधा होवे ना तां उन्हां दी भावना ही वखरी हुंदी है, ते निशरदक पुणे विच गल्लां ही गलत पासे नूं बंदा लै जांदा। इस करके शरधा दी कमी है। शरधा नूं होर वधाईए, होर उच्चा चकीए तां सतगुरु महाराज किरपा करदे ने कि धीरज सुनियार बना लेना, आहरण मत नूं अचल रखना। सानू लख कोई कही जावे आके आ गल है, आ गल है, आ गल है, या नहीं कोई डला सकदा आके। ते आम बंदे नूं कोई माड़ी जी गल कहो उसे टाइम डोल जांदा, उसे वक्त भावें कोई शरारती कर दे, भावें कोई झूठ ही बोल दे उहदे कोले। इस करके महाराज कहने अचल मत रखो। गुरमत मत अचल है, चलाए ना सकै कोई। किवें ही कोई मर्जी कही जावे आके, ਉਹਦੇ उत्ते निश्चा जिहड़ा गुरमत उत्ते रखना, गुरां ते रखना, डलाउणा ना निश्चा। असीं तां माड़े ਜਿਹੇ जी निश्चा डला लैंदे, माड़ी जी किसी ने गल कही उसे गल उत्ते मन डोल गया साडा। तां सतगुरु महाराज सच्चे पातशाह कहंदे अचल रखो मन, आहरण मत, ते ज्ञान दा हथौड़ा रखो अपने कोले। ज्ञान दे हथौड़े नाल मत नूं एक जगह टिका के रखो।